ਇੱਕ ਨੌਕਰੀ ਤੇ ਰੱਖਣ ਲੱਗੇ ਅਗਲਾ ਇਹ ਕਹਿੰਦਾ ਸੀ ਯਾਰ ਐਡਾ ਛੋਟਾ ਜਿਹਾ ਲੱਗਦਾ ਇਹਨੂੰ ਤਾਂ ਕਿਸੇ ਨੇ ਸਿਕਿਉਰਿਟੀ ਗਾਰਡ ਵੀ ਨਹੀਂ ਮੰਨਣਾ। ਇੱਕ ਪੋਜ਼ਿਟਿਵ ਵਾਈਬ ਤੇ ਇੱਕ ਲਾਨਤ ਪਾਈ ਕਿ ਨਾਓ ਇਟਸ ਟਾਈਮ ਕਿ ਹੁਣ ਤੂੰ ਆਪਦਾ ਪੜ੍ਹਾਈ ਆਪਦੀ ਵਾਪਸ ਸਟਾਰਟ ਕਰੀ। ਜਿੰਨੇ ਕੋਈ ਪੈਂਡੈਂਸੀਜ਼ ਸਪਲੀਮੈਂਟਰੀਜ਼ ਜੋ ਵੀ ਪਿਛਲਾ ਕੋਈ ਰਿਕਾਰਡ ਰੋਲਦਾ ਫਿਰਦਾ ਸੀ ਮਿੰਨਤਾਂ ਕਰ ਕਰਕੇ ਮੈਡਮ ਨੇ ਇੱਕ ਕੰਪਲੀਮੈਂਟ ਦੇ ਕੇ ਭੇਜਿਆ ਸੀ ਕਿ ਇਹਨਾਂ ਨੇ ਪੜ੍ਹਾਈ ਕੀ ਸਵਾਹ ਕਰਨੀ ਹੈ। ਜਿਹੜੀ ਸਕੂਲ ਦੀ ਕੰਧ ਦੇ ਨਾਲ ਜੇਲ੍ਹ ਦੀ ਕੰਧ ਲੱਗਦੀ ਹੈ ਉੱਥੋਂ ਅੱਜ ਮੈਂ ਇੱਥੇ ਜੋਸ਼ ਟਾਕ ਦੇ ਉੱਪਰ ਬੋਲ ਰਿਹਾ ਇਸ ਰਿਨੋਨਡ ਪਲੇਟਫਾਰਮ ਦੇ ਉੱਪਰ। ਤਾਂ ਮੇਰੇ ਲਈ ਸਭ ਤੋਂ ਟਫ ਮੈਨੂੰ ਕੀ ਲੱਗਦਾ ਕਿ ਜਦੋਂ ਮੁੰਡਾ ਇੱਕ ਜਿਹਦੀ ਅੱਜ ਆਪਾਂ ਗੱਲ ਕਰਦੇ ਹਾਂ ਸਕੂਲ ਟਾਈਮ ਜਦੋਂ ਸਮਵੇਅਰ ਉਹਦੀ ਕਲਾਸ ਜਿਹੜੀ 5ਵੀਂ 6ਵੀਂ 'ਚ ਜਦੋਂ ਪੜ੍ਹ ਰਿਹਾ ਸੀ ਆਪਦੇ ਜਣੇ ਪੇਰੈਂਟਸ ਨੇ ਬੜੇ ਨਾਮਵਰ ਤੇ ਬੜੇ ਰਿਨੋਨਡ ਸਕੂਲ ਦੇ ਵਿੱਚ ਉਹਦਾ ਦਾਖਲਾ ਕਰਵਾ ਰੱਖਿਆ ਸੀ। ਪਰ ਜਦੋਂ ਉਹਨੂੰ ਉੱਥੇ ਪੜ੍ਹਦਿਆਂ ਇੱਕੋ ਚੀਜ਼ ਦੀ ਉਡੀਕ ਰਹਿੰਦੀ ਕਿ ਕਦੋਂ ਛੁੱਟੀਆਂ ਹੋਣ 5-4 ਇਕੱਠੀਆਂ ਤੇ ਜਾਂ ਮੇਰੀਆਂ ਸਰਦੀ ਗਰਮੀ ਦੀਆਂ ਤਾਂ ਮੈਨੂੰ ਮੌਕਾ ਮਿਲੇ ਤੇ ਮੈਂ ਪਿੰਡ ਜਾ ਕੇ ਖੇਤਾਂ ਦੇ ਵਿੱਚ ਇੱਧਰ ਉੱਧਰ ਆਪਦੇ ਜਿਹੜੇ ਕਜ਼ਨ ਬ੍ਰਦਰਸ ਹੈ ਜਾਂ ਜਿਹੜਾ ਉੱਥੇ ਬਿਲਕੁਲ ਰੂਰਲ ਲੈਵਲ ਦਾ ਕੰਮ ਹੈ ਮੈਂ ਉਹਨਾਂ ਦੇ ਨਾਲ ਇਨਵੋਲਵ ਹੋਵਾਂ। ਇਹ ਸਿਲਸਿਲਾ ਚੱਲਦਾ ਰਿਹਾ ਐਂਡ ਬਟ ਜਦੋਂ ਵੀ ਪਿੰਡ ਚਲੇ ਜਾਣਾ ਤਾਂ ਉੱਥੇ ਜਦੋਂ ਛੁੱਟੀਆਂ ਹੋ ਜਾਣੀਆਂ ਖਤਮ ਤਾਂ ਉਹਨੂੰ ਪਤਾ ਹੁੰਦਿਆਂ ਕਿ ਅੱਜ ਮੇਰੇ ਸਕੂਲ ਦਾ ਰੀਓਪਨਿੰਗ ਦਾ ਟਾਈਮ ਹੈ ਤਾਂ ਵੀ ਉਹਨੇ ਇੱਧਰ ਉੱਧਰ ਟਾਲ ਮਟੋਲੇ ਕਰਦਿਆਂ 5-4 ਦਿਨ ਘਰਦਿਆਂ ਦੇ ਫੋਨ ਹੀ ਅਟੈਂਡ ਨਾ ਕਰਨੇ। ਇਹ ਗੱਲ ਕਿਤੇ ਨਾ ਕਿਤੇ 1994-95 ਜਾਂ 98 ਦੇ ਨੇੜੇ ਉਸ ਗੇੜ ਦੀ ਹੈ। ਤਾਂ ਉਦੋਂ ਕੁਝ ਲੈਂਡਲਾਈਨ ਫੋਨਸ ਅਵੇਲੇਬਲ ਹੋਣ ਕਰਕੇ ਤਾਂ ਪੇਰੈਂਟਸ ਦਾ ਕੰਟੈਕਟ ਉਹਨਾਂ ਨਾਲ ਕਈ ਦਿਨ ਨਾ ਬਣ ਪਾਉਂਦਾ। ਤਾਂ 5-4 ਦਿਨ ਉੱਪਰ ਕੰਜ਼ਿਊਮ ਕਰਨ ਤੋਂ ਬਾਅਦ ਜਦੋਂ ਪੇਰੈਂਟਸ ਨੂੰ ਇਹ ਲੱਗਦਾ ਕਿ ਜੀ ਹੁਣ ਉਹਨੂੰ ਜਾ ਕੇ ਹੀ ਲਿਆਉਣਾ ਪੈਣਾ ਫੇਰ ਸਕੂਲ ਜਾਊਗਾ ਤਾਂ ਫਾਦਰ ਨੇ ਇੱਥੋਂ ਬਠਿੰਡੇ ਸ਼ਹਿਰ ਤੋਂ ਬੱਸ ਫੜ ਕੇ ਤੇ ਉਸ ਪਿੰਡ 'ਚ ਪਹੁੰਚਣਾ ਤੇ ਉਹਨੂੰ ਉੱਥੋਂ ਖਿੱਚ ਤੂ ਕਰਕੇ ਫਿਰ ਵੀ ਮੁਸ਼ਕਿਲ ਨਾਲ ਮਨਾ ਕੇ ਲੈ ਕੇ ਆਉਣਾ ਕਿ ਸਕੂਲ ਲੱਗੇ ਹੁਣ ਤੈਨੂੰ ਵਾਪਸ ਜਾਣਾ ਹੀ ਪੈਣਾ। ਸੋ ਉਸ ਤੋਂ ਬਾਅਦ ਟਾਈਮ ਆਉਂਦਾ ਕਿ ਜੀ ਉਹ ਇਹ ਚਲਾਉਂਦਿਆਂ ਉਹ 7ਵੀਂ ਜਮਾਤ ਦੇ ਵਿੱਚ ਪਹੁੰਚ ਗਿਆ। ਇੱਕ ਦਿਨ ਆਪਦੇ ਰਿਸ਼ਤੇਦਾਰ ਕੋਈ ਉਹਦੇ ਘਰ ਆਏ ਵੇ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਆਪਦੀਆਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਸ਼ੇਖੀਆਂ ਮਾਰ ਰਿਹਾ ਤੇ ਨਾਲ ਚਾਹ ਦਾ ਕੱਪ ਹੱਥ 'ਚ ਫੜਿਆ ਤਾਂ ਇੱਕਦਮ ਉਹਦੇ ਮਗਰਲੇ ਪਾਸਿਓਂ ਆ ਕੇ ਕੰਨ ਦੀ ਜੜ 'ਚ ਇੱਕ ਲਫੇੜਾ ਵੱਜਦਾ। ਤਾਂ ਉਹ ਲਫੇੜਾ ਕੀ ਵੱਜਦਾ ਕਿ ਇੰਨੀ ਜ਼ੋਰਦਾਰ ਤਰੀਕੇ ਨਾਲ ਵੱਜਦਾ ਕਿ ਉਹ ਕੰਧ 'ਚ ਜਾ ਕੇ ਸਣੇ ਕੱਪ ਉਹਨੂੰ ਮੈਨੂੰ ਲੱਗਦਾ ਕਿ ਉਹ ਜਿਵੇਂ ਕਿਸੇ ਨੇ ਜ਼ਬਰਦਸਤ ਧੱਕਾ ਦੇ ਦਿੱਤਾ ਹੁੰਦਾ ਤਾਂ ਇਸ ਤਰ੍ਹਾਂ ਦੇ ਸ਼ੌਕ ਨਾਲ ਉਹ ਕੰਧ ਦੇ ਵਿੱਚ ਜਾ ਕੇ ਟਕਰਾਉਂਦਾ। ਤਾਂ ਉਹਦਾ ਕਾਰਨ ਕੀ ਬਣਦਾ ਕਿ ਜਦੋਂ ਉਹਨੂੰ ਨਹੀਂ ਸੀ ਪਤਾ ਕਿ ਮੈਂ ਰਿਸ਼ਤੇਦਾਰਾਂ ਦੇ ਸਾਹਮਣੇ ਬੈਠ ਕੇ ਗੱਲਾਂ ਉਡਾਈ ਜਾਣਾ ਤੇ ਅੱਜ ਸਾਡਾ 7ਵੀਂ ਜਮਾਤ ਦਾ ਰਿਜ਼ਲਟ ਆਉਣਾ ਤੇ ਉਸ ਰਿਜ਼ਲਟ ਦੇ ਵਿੱਚ ਜਿਹੜੇ ਉਹਦਾ ਫਾਦਰ ਸਕੂਲ ਦੇ ਵਿੱਚ ਗਿਆ ਹੋਣਾ ਤੇ ਨਾਲ ਉਹਦਾ ਇੱਕ ਅੱਧਾ ਕੋਈ ਖਾਸ ਦੋਸਤ ਵੀ ਗਿਆ ਹੋਣਾ ਜਿਹਦੇ ਸਾਹਮਣੇ ਉਹਦੇ ਫਾਦਰ ਨੂੰ ਟੀਚਰ ਨੇ ਦੱਸਿਆ ਕਿ ਜੀ 7ਵੀਂ 'ਚੋਂ ਤਾਂ ਫੇਲ ਵੀ ਹੋ ਗਿਆ ਤੇ ਨਾਲ ਉਹਦੀ ਜਿਹੜੀ ਸਕੂਲ ਦੇ ਵਿੱਚ ਆਉਣਾ ਜਾਣਾ ਉਹ ਇੰਨਾ ਕੁ ਘੱਟ ਹੈ ਕਿ ਉਹ ਘਰੋਂ ਸ਼ਾਇਦ ਤੁਰਦਾ ਪਤਾ ਨਹੀਂ ਬਟ ਇੱਥੇ ਉਹਦੀ ਹਾਜ਼ਰੀ ਹੈ ਜਿਹੜੀ ਉਹ 50% ਤੋਂ ਵੀ ਬਿਲੋ ਚੱਲ ਰਹੀ ਹੈ। ਸੋ ਫੇਲ ਦਾ ਜਦੋਂ ਰਿਜ਼ਲਟ ਕਾਰਡ ਪੇਰੈਂਟਸ ਲੈ ਕੇ ਘਰੇ ਆਉਂਦੇ ਆ ਤਾਂ ਉਹੀ ਕਾਰਨ ਬਣਦਾ ਉਹਦੇ ਜੋ ਕੰਨ ਦੇ ਉੱਤੇ ਤੇ ਇੱਕ ਗਿੱਚੀ ਦੇ ਵਿੱਚ ਲਫੇੜਾ ਵੱਜਦਾ। ਸੋ ਉਸ ਤੋਂ ਬਾਅਦ ਜੋ ਸੀਨ ਬਣਦਾ ਕਿ ਜੀ ਫੈਸਲੇ ਲੈਣ ਦਾ ਮੌਕਾ ਪੇਰੈਂਟਸ ਵੱਲੋਂ ਇੱਕ ਉਹਨੂੰ ਟਾਈਮ ਇਸ ਤਰ੍ਹਾਂ ਦਾ ਲਿਆਂਦਾ ਜਾਂਦਾ ਕਿ ਹੁਣ ਇਹਦਾ ਅੱਗੇ ਕਰਿਆ ਕੀ ਜਾਵੇ। ਤਾਂ ਕਿਤੇ ਨਾ ਕਿਤੇ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਉਹ 'ਚ ਝਲਕ ਰਿਹਾ ਸੀ ਉਹਨਾਂ ਧਮਕੀਆਂ ਦੇ ਵਿੱਚੋਂ ਵੀ ਇਹ ਡਿਸੀਜ਼ਨ ਜਿਹੜਾ ਪੇਰੈਂਟਸ ਲੈ ਰਹੇ ਆ ਦੈਟ ਇਜ਼ ਆਲਮੋਸਟ ਫਾਈਨਲ ਕਿ ਇਹਨੂੰ ਹੁਣ ਸਕੂਲ ਦੀ ਬਜਾਏ ਪਿੰਡ ਹੀ ਭੇਜ ਦਈਏ ਤਾਂ ਕਿ ਜਾ ਕੇ ਉੱਥੇ ਇੱਕ ਤਾਂ ਇਹਦਾ ਚਾਅ ਪੂਰਾ ਹੋ ਜੂਗਾ ਤੇ ਇਹ ਲੱਗਦਾ ਨਹੀਂ ਕਿ ਅੱਗੇ ਪੜ੍ਹਾਈ ਵੀ ਕਰੂਗਾ ਜਾਂ ਇਸ ਚੀਜ਼ ਦੇ ਕਾਬਿਲ ਹੈਗਾ ਤਾਂ ਇਹਨੂੰ ਅੱਗੇ ਮੌਕਾ ਨਹੀਂ ਦੇਣਾ ਚਾਹੀਦਾ। ਸੋ ਕਰਦਿਆਂ ਕਰਾਉਂਦਿਆਂ ਮਿੰਨਤ ਤਰਲੇ ਕਰਦਿਆਂ ਕੁਝ ਉਹਨੇ ਆਪ ਵੀ ਮਿੰਨਤਾਂ ਕਰੀਆਂ ਤੇ ਕੁਝ ਹੌਲੀ ਉਹ ਪੇਰੈਂਟਸ ਦਾ ਗੁੱਸਾ ਵੀ ਥੋੜ੍ਹਾ ਠੰਡਾ ਪੈਂਦਾ ਗਿਆ ਤਾਂ ਦੋਨਾਂ ਨੇ ਆਪਸ ਦੇ ਵਿੱਚ ਇੱਕ ਰਲ ਕੇ ਇੱਕ ਰਾਏ ਬਣਾਈ ਕਿ ਚਲੋ ਇਹਨੂੰ ਇੱਕ ਮੌਕਾ ਹੋਰ ਦੇ ਦਿੰਦੇ ਆ। ਤਾਂ 10ਵੀਂ ਦੇ ਵਿੱਚ ਵੀ ਜਾ ਕੇ ਪੜ੍ਹਾਈ ਦੇ ਵਿੱਚ ਥੋੜ੍ਹਾ ਬਹੁਤ ਹੀ ਇੰਟਰਸਟ ਸੀਗਾ ਬਟ ਇੱਕ ਬੜੇ ਐਵਰੇਜ ਤੋਂ ਥੋੜ੍ਹੇ ਉੱਪਰਲੇ ਲੈਵਲ ਦੇ ਮਾਰਕਸ ਲੈ ਕੇ ਉਹ ਪਾਸ ਹੋ ਜਾਂਦਾ। ਸੋ ਇਹ ਜਿਹੜੇ ਮੁੰਡੇ ਦੀ ਸਟੋਰੀ ਮੈਂ ਸੁਣਾ ਰਿਹਾ ਉਹ ਤੁਹਾਡੇ ਸਾਹਮਣੇ ਰਾਈਟ ਨਾਓ ਖੜਾ ਹੈ ਤਾਂ ਉਹਦਾ ਅੱਜ ਜੋ ਨਾਮ ਹੈ ਦੈਟ ਇਜ਼ ਡਾਕਟਰ ਸਤਵੀਰ ਸਿੰਘ। ਤਾਂ ਹੁਣ ਇੱਥੋਂ ਅੱਗੇ ਦਾ ਕਿੱਸਾ ਜੋ ਅੱਗੇ ਚੱਲਦਾ ਰਿਹਾ ਮੈਂ ਉਹਦੇ ਬਾਰੇ ਥੋੜ੍ਹੀ ਗੱਲ ਕਰਨਾ ਚਾਹੂੰਗਾ। ਤਾਂ ਜਦੋਂ 10ਵੀਂ ਪਾਸ ਹੁੰਦੀ ਹੈ ਤਾਂ ਉਹੀ ਮਿੱਤਰ ਇੱਕ ਹੋਰ ਵੀ ਬੜਾ ਖਾਸ ਅਜ਼ੀਜ਼ ਦੋਸਤ ਜਦੋਂ 10ਵੀਂ ਦਾ ਰਿਜ਼ਲਟ ਆਉਂਦਾ ਤਾਂ ਵਾਪਸ ਅਸੀਂ ਇਕੱਠੇ ਹੁੰਦੇ ਹਾਂ ਉਸੇ ਸਕੂਲ ਦੇ ਵਿੱਚ। ਤਾਂ ਸਕੂਲ ਦੀ ਪਹਿਲੀ ਮੰਜ਼ਿਲ ਦੇ ਉੱਤੇ ਖੜ੍ਹਿਆ ਤਾਂ ਉਹਨੂੰ ਜਦੋਂ ਆਪਸ 'ਚ ਗੱਲ ਕਰਦੇ ਹਾਂ ਕਿ ਹੁਣ ਗਾਂ 11ਵੀਂ ਦਾ ਦਾਖਲਾ ਭਰ ਦਈਏ ਤਾਂ ਮੈਂ ਉਹਨੂੰ ਇੱਕੋਦਮ ਇੱਕ ਸਰਪ੍ਰਾਈਜ਼ ਦਿੰਦਾ ਕਿ ਮੈਂ ਬੜੀ ਮਿਹਨਤ ਕਰਕੇ JET ਦਾ ਟੈਸਟ ਦਿੱਤਾ ਜਿਹਨੂੰ ਕਿ ਕਿਸੇ ਟਾਈਮ ਪੋਲੀਟੈਕਨਿਕ ਕਾਲਜਸ ਦੇ ਵਿੱਚ ਐਡਮਿਸ਼ਨ ਲੈਣ ਲਈ ਪਾਸ ਕਰਨਾ ਹੁੰਦਾ ਸੀ ਐਂਡ ਬੜਾ ਟਫ ਕੰਪੀਟੀਸ਼ਨ ਸੀ। ਤਾਂ ਇੱਕ ਵਾਰ ਉਹਨੇ ਮੇਰਾ ਇੱਥੋਂ ਗੁੱਟ ਫੜ ਲਿਆ ਕਿ ਯਾਰ ਛੱਡ ਕੇ ਨਾ ਜਾ ਇਸੇ ਸਕੂਲ 'ਚ ਹੀ ਲੱਗਾਂਗੇ ਬਟ ਆਈ ਸੈਡ ਕਿ ਨੋ ਮੈਂ ਡਿਸੀਜ਼ਨ ਲੈ ਲਿਆ ਕਿ ਮੈਂ ਥੋੜ੍ਹਾ ਬਹੁਤ ਅੱਗੇ ਵਧਣਾ ਚਾਹੁੰਦਾ ਤੇ ਮਨ ਦੇ ਵਿੱਚ ਇਹ ਆਪਦੇ ਵੀ ਆ ਰਿਹਾ ਸੀ ਕਿ ਜੇ ਇੱਥੇ ਹੀ ਸਟੇਬਲ ਰਹਿੰਦੇ ਆ ਤਾਂ
ਸ਼ਾਇਦ ਫਿਊਚਰ ਕੋਈ ਬਹੁਤਾ ਵਧੀਆ ਨਹੀਂ ਹੋਊਗਾ, ਇਸ ਐਵਰੇਜ ਲੈਵਲ ਤੋਂ ਥੋੜਾ ਉੱਪਰ ਉੱਠਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਤਾਂ ਉਹ ਦਿਨ ਸੀ ਆਈ ਥਿੰਕ, ਜੋ ਮੈਨੂੰ ਲੱਗਦਾ ਕਿ ਇੱਕ ਬਹੁਤ ਹੀ ਅਜ਼ੀਜ਼ ਜ਼ਿੰਦਗੀ ਦਾ ਦੋਸਤ ਜਿਹਨੇ ਬਾਂਹ ਫੜ ਕੇ ਰੋਕਣ ਦੀ ਕੋਸ਼ਿਸ਼ ਕਰੀ, ਉਹਨੂੰ ਇਗਨੋਰ ਕਰਕੇ ਤੇ ਉਹਦੇ ਤੋਂ ਹੱਥ ਛੁਡਾ ਕੇ ਫੈਸਲੇ ਨੂੰ ਆਪਦੇ ਨੂੰ ਬਰਕਰਾਰ ਰੱਖਿਆ ਕਿ ਮੈਂ ਹੁਣ ਇੱਕ ਟੈਕਨੀਕਲ ਲਾਈਨ ਵੱਲ ਨੂੰ ਜਾਣਾ। ਤਾਂ ਡਿਪਲੋਮੇ ਦੇ ਵਿੱਚ ਦਾਖਲਾ ਲੈਂਦੇ ਆ ਜਾ ਕੇ ਇੱਕ ਤਲਵੰਡੀ ਸਾਬੋ ਦੇ ਵਿੱਚ, ਇੱਕ ਬੜਾ ਵਧੀਆ ਉਸ ਟਾਈਮ ਦਾ ਨਾਮਵਰ ਕਾਲਜ ਸੀਗਾ, ਬਟ ਪੰਜਾਬ 'ਚੋਂ ਬੜਾ ਗੁੱਡ ਰੈਂਕ ਸੀ। ਤਾਂ ਚੋਇਸ ਮਿਲ ਰਹੀ ਸੀ ਕਿ ਤੂੰ ਪਟਿਆਲੇ ਲੱਗਣਾ ਤਾਂ ਤੈਨੂੰ ਇੱਥੇ ਦਾਖਲਾ ਦੇ ਦਈਏ, ਜੇ ਬਠਿੰਡੇ ਪੜ੍ਹਨਾ ਤਾਂ ਉੱਥੇ ਦੇ ਦਈਏ, ਜੇ ਤਲਵੰਡੀ ਪੜ੍ਹਨਾ ਤਾਂ ਉੱਥੇ ਭੇਜ ਦਿੰਦੇ ਆ। ਤਾਂ ਫੈਸਲਾ ਲਿਆ ਕਿ ਚਲੋ ਥੋੜ੍ਹਾ ਬਹੁਤ ਘਰਦਿਆਂ ਦੀ ਰੀਚ ਤੋਂ ਵੀ ਦੂਰ ਰਵਾਂਗੇ, ਥੋੜ੍ਹਾ ਬਹੁਤ ਹੋਸਟਲਾਂ ਦੀ ਜ਼ਿੰਦਗੀ ਦੇਖਾਂਗੇ ਤੇ ਤਲਵੰਡੀ ਸਾਬੋ ਜਾ ਕੇ ਦਾਖਲਾ ਲੈ ਲੈਂਦੇ ਆ। ਤਾਂ ਉੱਥੇ ਜਾ ਕੇ ਕੀ ਮਾਹੌਲ ਮਿਲਦਾ, ਫਿਰ ਵੰਨ ਸਵੰਨੀ ਪਨੀਰੀ ਜਿਹੜੀ ਆਲ ਇੰਡੀਆ ਦੀ ਉੱਥੇ ਇਕੱਠੀ ਹੋਈ। ਤਾਂ ਮਾਹੌਲ ਸੇਮ ਜਿਹੜਾ ਕਿ ਪੁਰਾਣਾ 7ਵੀਂ ਜਮਾਤ ਦੇ ਵਿੱਚ ਮੈਡਮ ਨੇ ਇੱਕ ਕੰਪਲੀਮੈਂਟ ਦੇ ਕੇ ਭੇਜਿਆ ਸੀ ਕਿ ਇਹਨਾਂ ਨੇ ਪੜ੍ਹਾਈ ਕੀ ਸਵਾਹ ਕਰਨੀ ਹੈ, ਜਿਹੜੀ ਸਕੂਲ ਦੀ ਕੰਧ ਦੇ ਨਾਲ ਜੇਲ੍ਹ ਦੀ ਕੰਧ ਲੱਗਦੀ ਹੈ, ਉੱਥੋਂ ਭੁੰਨੇ ਵਿੱਚ ਛੋਲੇ ਲਿਆ ਤਾਂ ਇਹ ਖਾਂਦੇ ਆ। ਤਾਂ ਫਿਰ ਮਾਹੌਲ ਉਹੀ ਸੇਮ ਜਿਹੜਾ ਪੁਰਾਣਾ ਟਪਾ ਕੇ ਆਏ ਸੀਗੇ, ਤਾਂ ਪੋਲੀਟੈਕਨਿਕ ਦੇ ਵਿੱਚ ਸੇਮ এনवायरमेंट ਮਿਲ ਰਿਹਾ। ਤਾਂ ਜੇ ਮੈਨੂੰ ਤਾਂ ਦੇਖਣ ਨੂੰ ਕਿਸੇ ਨਾ ਕਿਤੇ ਅੱਜ ਜੋ ਮੈਂ ਉਹਦਾ ਜਦੋਂ ਫਲੈਸ਼ ਨੂੰ ਕ੍ਰਿਟੀਕਲੀ ਐਨਾਲਿਸਿਸ ਕਰਦਾ, ਤਾਂ ਮੈਨੂੰ ਇਹ ਲੱਗਦਾ ਕਿ ਛਾਂਟੀ ਹੋਈ ਪਨੀਰੀ ਪਹੁੰਚੀ ਸੀ, ਆਪਦੇ ਆਪ 'ਚ ਪੜ੍ਹਨ 'ਚ ਵੀ ਬੜੀਆਂ ਹੁਸ਼ਿਆਰ ਸੀ, ਬਟ ਜੇ ਉਹਨਾਂ ਦਾ ਜੋ ਸਿਸਟਮ ਦੇਖੀਏ ਤਾਂ ਕੀ ਇੱਕ ਦੂਸਰੇ ਨੂੰ ਸਿੱਖਿਆ ਕੀ ਦਿੰਦੇ ਸੀ ਕਿ ਛੱਡ ਯਾਰ ਕੀ ਲੈਣਾ, ਉੱਥੇ ਫਲਾਨਾ ਮਾਸਟਰ ਬੋਲੂ, ਫਲਾਨੀ ਮੈਡਮ ਬੋਲੂ, ਹੋਸਟਲ ਦੇ ਕਮਰੇ 'ਚ ਪਏ ਆ, ਆਪਣਾ ਕਿਰਾਇਆ 24 ਘੰਟਿਆਂ ਦਾ ਭਰਿਆ ਹੁੰਦਾ ਡੇਲੀ ਦਾ, ਤਾਂ ਆਪਾਂ ਨੂੰ ਕੋਈ ਠਾ ਨਹੀਂ ਸਕਦਾ। ਸੋ ਇਹ ਚੀਜ਼ਾਂ ਚੱਲਦਿਆਂ ਤਾਂ ਇੱਕ ਦਿਨ ਆਉਂਦਾ 2 ਫਰਵਰੀ 2005 ਦਾ ਕਿ ਚੰਡੀਗੜ੍ਹ ਅਸੀਂ ਉਹੀ ਡਿਪਲੋਮੇ ਵਾਲੇ ਯਾਰ ਜਿਹੜੇ ਅਸੀਂ ਇਕੱਠੇ ਹੋਏ ਸੀ, ਤਾਂ ਉੱਥੇ ਅਸੀਂ ਟ੍ਰੇਨਿੰਗ ਅਟੈਂਡ ਕਰਨ ਦੇ ਨਾਮ ਤੇ ਉੱਥੇ ਆਪਦੀਆਂ ਕਲਾਸਿਸ ਅਟੈਂਡ ਕਰ ਰਹੇ ਸੀ। ਤਾਂ ਇੱਕ ਦਿਨ ਸਡਨਲੀ 3 ਜਣੇ ਓਵਰ ਰਾਈਡਿੰਗ, ਜਿਹੜਾ ਆਪਾਂ ਰੂਲ ਤੋੜ ਕੇ ਉੱਥੇ ਅਸੀਂ 3 ਜਣੇ ਇੱਕ ਬਾਈਕ ਦੇ ਉੱਪਰ ਜਾ ਰਹੇ ਹਾਂ, ਤਾਂ ਮੇਜਰ ਐਕਸੀਡੈਂਟ ਸਾਡਾ ਕਿਸੇ ਕਾਰ ਨਾਲ ਹੋ ਜਾਂਦਾ। ਐਂਡ ਆਈ ਡੋਂਟ ਨੋ ਕਿ ਦੈਟ ਵਾਜ਼ ਫੋਰਚੂਨੇਟ ਔਰ ਅਨਫੋਰਚੂਨੇਟ, ਬਟ ਮੈਨੂੰ ਲੱਗਦਾ ਕਿ ਉਹ ਇੱਕ ਟਰਨਿੰਗ ਪੁਆਇੰਟ ਸੀ ਜਿੱਥੋਂ ਮੈਨੂੰ ਸੇਧ ਮਿਲੀ ਕਿ ਨਾਓ ਯੂ ਸ਼ੁੱਡ ਸਵਿਚ ਯੂਰਸੈਲਫ, ਕਿ ਇਸ ਪਾਸਿਓਂ ਥੋੜ੍ਹਾ ਅੱਗੇ ਦਾ ਸੋਚ। ਤਾਂ ਉਸ ਐਕਸੀਡੈਂਟ ਦੇ ਵਿੱਚ ਉਹ ਦੋਨੋਂ ਜਣੇ ਬੜੇ ਸੇਫਲੀ ਕੱਚੇ ਥਾਂ ਵੱਲ ਡਿੱਗਦੇ ਆ, ਤੇ ਬਟ ਮੈਂ ਉੱਥੇ ਪੱਕੇ ਵਾਲੇ ਪਾਸੇ ਡਿੱਗਿਆ। ਤਾਂ ਮੈਂ ਉਸ ਕਾਰ ਦੇ ਬੜੇ ਕਲੋਜ਼ਲੀ ਤੇ ਬੜੇ ਡੇਂਜਰਸ ਤਰੀਕੇ ਨਾਲ ਉਹਦੇ ਲਪੇਟੇ ਦੇ ਵਿੱਚ ਆ ਕੇ ਉਹਦਾ ਸ਼ਿਕਾਰ ਬਣ ਗਿਆ। ਤਾਂ ਸ਼ਿਕਾਰ ਐਸਾ ਬਣਿਆ ਕਿ ਜਦੋਂ ਉਸ ਤੋਂ ਬਾਅਦ ਦਾ ਹੋਸ਼ ਆਇਆ, ਤਾਂ ਮੈਂ 32 ਸੈਕਟਰ ਦੇ ਵਿੱਚ ਚੰਡੀਗੜ੍ਹ ਮੈਡੀਕਲ ਕਾਲਜ ਦੇ ਵਿੱਚ ਇੱਕ ਬੈੱਡ ਦੇ ਉੱਪਰ ਪਿਆ ਸੀ, ਤੇ ਆਲਾ ਦੁਆਲਾ ਬੜਾ ਔਕਵਰਡ ਤੇ ਬੜਾ ਉਹ ਸਿਚੁਏਸ਼ਨ ਬੜੀ ਭੈੜੀ ਲੱਗ ਰਹੀ ਸੀ ਕਿ ਯਾਰ ਇੱਥੇ ਤਾਂ ਸਾਰੇ ਹੀ ਮੰਜਿਆਂ ਤੇ ਪਏ ਆ ਤੇ ਮੈਂ ਕਿੱਥੇ ਪਹੁੰਚ ਗਿਆ। ਤਾਂ ਚਲੋ ਉੱਥੇ ਚੱਲਦਿਆਂ ਕਿ ਜੀ ਉੱਥੇ ਆਪਰੇਟ ਹੋ ਰਿਹਾ ਹੈ, ਉੱਥੇ ਮੈਨੂੰ ਮੇਜਰ ਇੰਜਰੀਜ਼ ਹੈ, ਮੇਰੀਆਂ ਲੈਗਸ 'ਚ ਰੋਡਸ ਪੈਣੀਆਂ, ਅ ਲੋਟ ਆਫ ਥਿੰਗਸ। ਜਦੋਂ ਵਾਪਸ ਆਪਦੇ ਘਰੇ ਮੰਜੇ ਤੇ ਪਿਆ ਤਾਂ ਕੁਛ 6-7 ਮਹੀਨੇ ਐਸੇ ਰਹੇ ਕਿ ਥੱਲੇ ਧਰਤੀ ਤੇ ਪੈਰ ਲਾਉਣ ਤੋਂ ਵੀ ਡਾਕਟਰ ਨੇ ਮਨਾ ਕਰਤਾ ਕਿ ਕਾਕਾ ਜੇ ਮੇਰੀ ਹਦਾਇਤ ਨਾ ਮੰਨੀ ਤਾਂ ਪਰਮਾਨੈਂਟ ਵੀ ਤਰੀਕੇ ਐਸੇ ਹੀ ਰਹਿਣਾ ਪੈ ਸਕਦਾ। ਤਾਂ 6-7 ਮਹੀਨਿਆਂ ਦੇ ਗੈਪ ਤੋਂ ਬਾਅਦ ਵਾਪਸ ਜਦੋਂ ਥੋੜ੍ਹੀ ਬਹੁਤ ਖੁੰਡੀ ਨਾਲ ਤੁਰਨ ਦੀ ਕੈਪੈਸਿਟੀ ਬਣੀ ਤਾਂ ਉੱਥੇ ਹੀ ਫਿਰ ਤਲਵੰਡੀ ਵੱਲ ਨੂੰ ਰੁੱਖ ਕਰਿਆ। ਤਾਂ ਥੋੜ੍ਹੀਆਂ ਫੈਸਿਲਿਟੀਜ਼ ਪੈਰੈਂਟਸ ਨੇ ਹੋਰ ਵਧਾਤੀਆਂ ਕਿ ਇਹਨੂੰ ਕਿਸੇ ਵਹੀਕਲ ਜਾਂ ਕਿਸੇ ਕਾਰ ਦੇ ਉੱਪਰ ਬਿਠਾ ਕੇ ਕਾਲਜ ਲੈ ਕੇ ਜਾਇਆ ਜਾਵੇ। ਤਾਂ ਉੱਥੇ ਜਾ ਕੇ ਕੀ ਦੇਖਦਾ ਕਿ ਮੇਰਾ ਸਮੈਸਟਰ ਹੈ ਉਹ ਜਿਹੜਾ ਕਹਿੰਦੇ ਕਿ ਜੀ ਯੂ ਹੈਵ ਬੀਨ ਡਿਟੇਨਡ, ਤਾਂ ਤੁਸੀਂ 6 ਮਹੀਨਿਆਂ ਬਾਅਦ ਨਹੀਂ 1 ਸਾਲ ਬਾਅਦ ਇੱਥੇ ਰਿਪੋਰਟ ਕਰਨਾ। ਸੋ ਉੱਥੋਂ ਫਿਰ ਬਰੰਗ ਚਿੱਠੀ ਵਾਂਗੂ ਵਾਪਸ ਮੋੜਤਾ ਕਿ ਕਾਕਾ ਜੇ ਸਹੀ ਵੀ ਹੋ ਗਿਆ 6 ਮਹੀਨਿਆਂ 'ਚ ਤਾਂ 12 ਮਹੀਨੇ ਤੈਨੂੰ ਇੱਥੇ ਆਉਣ ਦੀ ਕੋਈ ਪਰਮਿਸ਼ਨ ਨਹੀਂ ਹੈ। ਤਾਂ ਉਹੀ 10 ਤੋਂ 11 ਜੋ 12 ਹੁੰਦੇ ਆ ਤੇ ਸਾਲ ਟਪਾ ਕੇ ਵਾਪਸ ਜਦੋਂ ਰਿਪੋਰਟ ਕੀਤਾ ਤਾਂ ਰਿਪੋਰਟ ਕਰਦਿਆਂ ਦੇਖਿਆ ਕਿ ਦਾਖਲਾ ਤਾਂ ਦੁਬਾਰੇ ਫਾਈਨਲ ਈਅਰ 'ਚ ਹੋ ਗਿਆ ਡਿਪਲੋਮੇ ਦੇ, ਜਿਹੜੇ ਈਅਰ 'ਚ ਐਕਸੀਡੈਂਟ ਹੋਇਆ ਸੀ। ਬਟ ਜਿਹੜੇ ਮੇਰੇ ਕਲਾਸ ਫੈਲੋਜ਼ ਮੈਂ ਦੇਖੇ ਕਿ ਜਿਨ੍ਹਾਂ ਦੀਆਂ ਰੈਗਿੰਗਸ ਕਰਦੇ ਰਹੇ ਹੈ, ਦੇ ਵਰ ਮਾਈ ਕੰਪੇਨੀਅਨਸ, ਕਿ ਮੈਂ ਉਹਨਾਂ ਦੀ ਕਲਾਸ ਦੇ ਵਿੱਚ ਮਗਰਲੇ ਬੈਂਚ ਦੇ ਉੱਪਰ ਬੈਠਾ ਸੀ। ਅਗਲੀਆਂ ਸੀਟਾਂ ਖਾਲੀ ਹੋਣ ਦੇ ਬਾਵਜੂਦ ਵੀ ਮੇਰੇ 'ਚ ਇੰਨੀ ਹਿੰਮਤ ਨਹੀਂ ਪਈ। ਕਾਰਨ ਕੀ ਸੀ ਉਹਦਾ ਕਿ ਯਾਰ ਹੁਣ ਇਹਨਾਂ ਨਾਲ ਬੈਠ ਕੇ ਪੜਾਂਗੇ ਜਿਨ੍ਹਾਂ ਨੂੰ ਕਦੇ ਅਸੀਂ ਐਂ ਕਹਿੰਦੇ ਰਹੇ ਸਾਡੇ ਹੋਸਟਲ ਦੇ ਕਮਰੇ ਦੇ ਵਿੱਚ ਇੱਕ ਆਈਸਕ੍ਰੀਮ ਫੜਾ ਜਿਓ ਰੋਟੀ ਖਾਣ ਤੋਂ ਬਾਅਦ, ਪਹਿਲਾਂ ਸਾਡੀਆਂ ਥਾਲੀਆਂ ਚੱਕ ਲਿਆਓ। ਤਾਂ ਆਪਦੇ ਨਾਲਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰੀ ਤਾਂ ਪਤਾ ਲੱਗਿਆ ਕਿ ਉਹ ਪਾਸ ਆਊਟ ਹੋ ਗਏ ਆ। ਜਦੋਂ ਵਿਚਾਰੀ ਜੀ ਹਾਲਤ ਹੋ ਗਈ ਕਿ ਯਾਰ ਇੱਥੇ ਹੁਣ ਜਦੋਂ ਕੈਂਟੀਨ ਵੱਲ ਨੂੰ ਜਾਂਦੇ ਆ ਇਕੱਲੇ ਹੀ ਉੱਥੇ ਬੈਠੇ ਆ, ਆਪਦੇ ਜਿਹੜੇ ਸੀਨੀਅਰ ਸੀ ਉਹ ਵੀ ਪਾਸ ਆਊਟ ਹੋ ਗਏ, ਜੋ ਬੈਚਮੇਟਸ ਸੀਗੇ ਉਹ ਵੀ ਆਪਦਾ ਚਲੇ ਗਏ ਆ, ਬਿਕਾਜ਼ ਕੋਈ ਤਲਵੰਡੀ ਜਾਂ ਕਿਸੇ ਲੋਕਲ ਏਰੀਆ ਦਾ ਤਾਂ ਹੈ ਹੀ ਨਹੀਂ ਸੀ, ਪੂਰੇ ਇੰਡੀਆ ਤੋਂ ਛਾਂਟ ਕੇ ਭੇਜੇ ਗਏ ਸੀ ਜਿਹੜੇ ਕੰਪੀਟੀਟਿਵ ਟੈਸਟ ਹੁੰਦੇ ਸੀ। ਤਾਂ ਉਦੋਂ ਮਨ 'ਚ ਆਇਆ ਕਿ ਯਾਰ ਹੁਣ ਇਹ ਤੋਂ ਇਲਾਵਾ ਹੋਰ ਤਾਂ ਕੁਝ ਬਚਿਆ ਨਹੀਂ, ਤਾਂ ਨਿਖੜ ਗਏ ਤਾਂ ਹੁਣ ਪਤਾ ਨਹੀਂ ਕਦੋਂ ਟੱਕਰਨੇ ਆ। ਤਾਂ ਮਨ ਦੇ ਵਿੱਚ
ਇਨਰ ਕੌਨਸ਼ੀਅਸ ਨੇ ਆਪਦੇ ਆਪ ਨੂੰ ਇੱਕ ਪੋਜ਼ਿਟਿਵ ਵਾਈਬ ਤੇ ਇੱਕ ਲਾਨਤ ਪਾਈ ਕਿ ਨਾਓ ਇਟਸ ਟਾਈਮ ਕਿ ਹੁਣ ਤੂੰ ਆਪਦਾ ਅੱਗੇ ਬਾਰੇ ਸੋਚ, ਬਹੁਤ ਹੋ ਗਿਆ ਜ਼ਿੰਦਗੀ ਦਾ ਫਨ। ਬੜੀ ਬੈਡ ਕੰਪਨੀ ਨੂੰ ਇੰਜੋਏ ਕਰ ਲਿਆ। ਉਹ ਬੈਡ ਕੰਪਨੀ ਕੋਈ ਕਿਸੇ ਤਰ੍ਹਾਂ ਦੀ ਇੰਨੀ ਬੈਡ ਨਹੀਂ ਸੀ ਕਿ ਵਾਪਸ ਹੀ ਨਾ ਹੋ ਸਕੇ, ਬਸ ਸੌਟ ਆਫ ਐਂਟਰਟੇਨਮੈਂਟ, ਕਿ ਪੜ੍ਹਨ ਨਹੀਂ ਆਏ, ਕੱਲੇ ਨਜ਼ਾਰੇ ਲੈਣ ਆਏ ਆ ਤੇ ਜ਼ਿੰਦਗੀ ਦਾ ਆਨੰਦ ਲੈਣ ਆਏ ਆ। ਤਾਂ ਉਸ ਤੋਂ ਬਾਅਦ ਕੀ ਹੋ ਰਿਹਾ, ਦੈਨ ਪੜ੍ਹਾਈ ਆਪਦੀ ਵਾਪਸ ਸਟਾਰਟ ਕਰੀ। ਜਿੰਨੇ ਕੋਈ ਪੈਂਡੈਂਸੀਜ਼, ਸਪਲੀਮੈਂਟਰੀਜ਼, ਜੋ ਵੀ ਪਿਛਲਾ ਕੋਈ ਰਿਕਾਰਡ ਰੋਲਦਾ ਫਿਰਦਾ ਸੀ, ਮਿੰਨਤਾਂ ਕਰ ਕਰਕੇ ਕਲਰਕਾਂ ਦੀਆਂ ਉੱਥੋਂ ਕਢਵਾਇਆ। ਤਾਂ ਇੱਕ ਚੈਲੰਜ ਲਿਆ ਕਿ ਵਿਦਨ ਸਿੰਗਲ ਅਟੈਂਪਟ ਆਈ ਹੈਵ ਟੂ ਜਸਟ ਕਲੀਅਰ ਇਟ ਆਲ ਬਾਈ ਆਲ ਮੀਨਸ। ਤਾਂ ਇਨ ਟਾਈਮ ਉਸ ਤੋਂ ਬਾਅਦ ਜਿਹੜਾ 1 ਸਾਲ ਬਚਿਆ ਸੀ, ਇਨ ਟਾਈਮ ਤਾਂ ਨਹੀਂ ਮੈਂ ਕਹਿ ਸਕਦਾ, ਬਿਕਾਜ਼ ਡਿਊ ਟੂ ਮਾਈ ਮੇਜਰ ਐਕਸੀਡੈਂਟ ਮੇਰਾ 1 ਸਾਲ ਆਲਰੇਡੀ ਵੇਸਟ ਹੋ ਚੁੱਕਿਆ ਸੀ। ਸੋ ਉਹਨੂੰ ਕਲੀਅਰ ਕਰਕੇ ਤਾਂ ਉਸ ਤੋਂ ਬਾਅਦ ਫਿਰ ਜਦੋਂ ਇੰਜੀਨੀਅਰਿੰਗ ਕਰਨ ਦਾ ਟਾਈਮ ਆਇਆ ਤਾਂ ਫਿਰ ਸਮਝ ਆਈ ਕਿ ਇੰਨਾ ਟਫ ਕੰਪੀਟੀਸ਼ਨ ਹੈ, ਬਿਮਾਰ 100 ਹੈ ਤੇ ਅਨਾਰ 1 ਹੈ। ਤਾਂ ਉਹੀ ਗੱਲ ਸੀਟਾਂ ਦੀ ਪੰਜਾਬ ਦੇ ਵਿੱਚ ਇੰਜੀਨੀਅਰਿੰਗ ਦੀਆਂ ਸੀ। ਤਾਂ ਫਿਰ ਆਪਦੀ ਹਾਰਡਸ਼ਿਪ ਨਾਲ ਇੱਕ ਬੜੇ ਵਧੀਆ ਰਿਨੋਨਡ ਕਾਲਜ ਦੇ ਵਿੱਚ ਬੀਟੈਕ ਦੇ ਵਿੱਚ ਜਾ ਕੇ ਸਿੱਧਾ ਦੂਜੇ ਸਾਲ ਦੇ ਵਿੱਚ ਦਾਖਲਾ ਲਿਆ। ਤਾਂ ਉਹਨਾਂ ਦੇ ਵਿੱਚੋਂ ਪੁਰਾਣਿਆਂ ਦੇ ਵਿੱਚੋਂ ਕੁਝ ਉੱਥੇ ਮਿਲੇ ਜਿਹੜੇ ਮੇਰੇ ਨਾਲੋਂ 1 ਸਾਲ ਅਗਲੀਆਂ ਕਲਾਸਾਂ ਦੇ ਵਿੱਚ ਸੀ। ਤਾਂ ਸਵਾਗਤ ਬੜਾ ਜਚਾ ਕੇ ਕਰਿਆ ਕਿ ਕਮਰਾ ਇਕੱਠੇ ਲਵਾਂਗੇ, ਪੀਜੀ 'ਚ ਇਕੱਠੇ ਰਵਾਂਗੇ, ਸ਼ਾਮ ਦੀਆਂ ਪਾਰਟੀਆਂ ਇਕੱਠੇ ਕਰਾਂਗੇ, ਤੇ ਪਰ ਤੂੰ ਚੱਲੇਗਾ ਸਾਡੇ ਤੋਂ 1 ਸਾਲ ਪਿਛਾਂਹ ਹੀ। ਤਾਂ ਉਸ ਚੀਜ਼ ਨਾਲ ਫੀਲ ਹੋਣਾ ਸ਼ੁਰੂ ਹੋਇਆ ਕਿ ਨਹੀਂ, ਹੁਣ ਉਸ ਚੀਜ਼ ਨਾਲ ਆਪਦਾ ਅਟੈਚਮੈਂਟ ਆਪਦੇ ਫਰੈਂਡਸ ਨਾਲ ਉਵੇਂ ਹੀ ਬੌਂਡ ਰੱਖਣਾ ਜਿਵੇਂ ਪਹਿਲਾਂ ਸੀ। ਬਟ ਇਫ ਦੇ ਵਿਲ ਸਮਵੇਅਰ ਬੀ ਗੋਇੰਗ ਆਫ ਦਾ ਟਰੈਕ, ਤਾਂ ਉਸ ਟਰੈਕ ਦੇ ਨਾਲ ਆਪਾਂ ਉਹ ਵਾਲਾ ਡੱਬਾ ਨਹੀਂ ਬਣਨਾ ਜਿਹੜਾ ਨਾਲ ਹੀ ਪਲਟ ਕੇ ਡਿੱਗਦਾ ਫਿਰੇ। ਸੋ ਬੜੇ ਤਰੀਕੇ ਨਾਲ ਆਪਦੇ ਆਪ 'ਚ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰੀ। ਐਂਡ ਜਦੋਂ ਹੀ ਬੀਟੈਕ ਪਾਸ ਆਊਟ ਹੋ ਰਿਹਾ ਤਾਂ ਨਾਲ ਦੀ ਨਾਲ ਵਿਦਨ 15 ਡੇਜ਼ ਮੈਨੂੰ ਇੱਕ ਬੜੀ ਵਧੀਆ ਸੰਸਥਾ ਦੇ ਵਿੱਚ ਇੱਕ ਚੰਗੇ ਰੋਲ ਦੇ ਉੱਪਰ ਜੌਬ ਮਿਲ ਗਈ। ਤਾਂ ਉਸ ਜੌਬ ਨੂੰ ਸਟਾਰਟ ਕਰਦਿਆਂ ਉੱਥੇ ਇੱਕ ਚੀਜ਼ ਸਮਝ ਆਈ ਕਿ ਜਿਹੜੇ ਮੇਰੇ ਸੀਨੀਅਰ ਆਫਿਸਰਸ ਆ ਉਹ ਕੋਈ ਯੂਪੀ ਦਾ, ਕੋਈ ਕਿਤੋਂ ਦਾ, ਉਹਨਾਂ ਦੇ ਵਿੱਚ ਇੱਕੋ ਕੁਆਲਿਟੀ ਮੈਨੂੰ ਮੇਨ ਲੱਗੀ ਦੈਟ ਦੇ ਆਰ ਸੋ ਮਚ ਟੈਕਨੀਕਲ। ਐਂਡ ਟੈਕਨੀਕਲ ਹੋਣ ਦੇ ਨਾਲ ਨਾਲ ਸਭ ਤੋਂ ਜੋ ਪੋਜ਼ਿਟਿਵ ਚੀਜ਼ ਹੈ ਜਿਹੜੀ ਉਹਨਾਂ ਨੂੰ ਕਿਤੇ ਦੀ ਕਿਤੇ ਲਿਜਾ ਰਹੀ ਹੈ, ਦੈਟ ਵਾਜ਼ ਦੇਅਰ ਕਮਿਊਨੀਕੇਸ਼ਨ ਸਕਿੱਲਸ। ਤਾਂ ਉਹਦੇ ਉੱਪਰ ਵਰਕ ਕਰਿਆ, ਨਾਲ ਆਪਦੇ ਆਪ ਨੂੰ ਇੰਪਰੂਵ ਕਰਿਆ। ਤਾਂ ਜਿਹੜੀ ਅਗਲੀ ਸੰਸਥਾ ਜੁਆਇਨ ਕਰੀ ਉਹਦੇ 'ਚ ਸਟਾਰਟਿੰਗ ਦੇ ਵਿੱਚ ਜੁਆਇਨ ਕਰਦਿਆਂ ਸਾਰ ਮੇਰੀ ਕੁਆਲਿਟੀ ਜੋ ਮੈਂ ਇੰਪਰੂਵ ਕਰਕੇ ਗਿਆ ਸੀ ਉਹ 'ਚ ਉਸ ਮੁੱਖ ਮੰਤਰੀ ਨਾਲ ਐਸੋਸੀਏਟਿਡ ਸੰਸਥਾ ਸੀ, ਉਹਦੀ ਪਰਸਨਲ ਸੀ। ਤਾਂ ਸਿਰਫ 3 ਮਹੀਨਿਆਂ ਦੀ ਮੇਰੀ ਸਰਵਿਸ ਨੂੰ ਦੇਖਦੇ ਆਈ ਵਾਜ਼ ਆਫਰਡ ਵਿਦ ਦਾ ਪੋਜੀਸ਼ਨ ਆਫ ਪ੍ਰਿੰਸੀਪਲ। ਤਾਂ ਮੈਂ ਆਫੀਸ਼ੀਏਟਿੰਗ ਪ੍ਰਿੰਸੀਪਲ ਦਾ ਚਾਰਜ ਲਿਆ। ਉਸ ਟਾਈਮ ਦੇ ਵਿੱਚ ਲਿਆ ਕਿ ਜਦੋਂ ਇੱਕ ਨੌਕਰੀ ਤੇ ਰੱਖਣ ਲੱਗੇ ਅਗਲਾ ਇਹ ਕਹਿੰਦਾ ਸੀ ਯਾਰ ਐਡਾ ਛੋਟਾ ਜਿਹਾ ਲੱਗਦਾ, ਇਹਨੂੰ ਤਾਂ ਕਿਸੇ ਨੇ ਸਿਕਿਉਰਿਟੀ ਗਾਰਡ ਵੀ ਨਹੀਂ ਮੰਨਣਾ ਤੇ ਧੱਕਾ ਮਾਰ ਕੇ ਅੰਦਰ ਵੜ ਜਾਣਗੇ। ਤਾਂ ਉਹ ਆਫੀਸ਼ੀਏਟ ਕਰਦਿਆਂ ਇੰਨਾ ਅੱਛੀ ਪਰਫਾਰਮੈਂਸ ਨਾਲ ਚੱਲਿਆ ਕਿ ਮੈਨੂੰ ਹੀ ਲੱਗਣ ਲੱਗ ਗਿਆ ਕਿ ਯਾਰ ਮੈਂ ਓਵਰਬਰਡਨਡ ਹੋ ਰਿਹਾ, ਬੜੀ ਸੰਸਥਾ ਵੱਡੀ ਹੋ ਗਈ ਤੇ ਮੈਂ ਛੋਟੀ ਉਮਰ ਦਾ, ਮੈਨੂੰ ਹੋਰ ਗੇਨ ਨਹੀਂ ਕਰ ਪਾ ਰਿਹਾ। ਤਾਂ ਮੈਂ ਖੁਦ ਉਹਨਾਂ ਨੂੰ ਰਿਕੁਐਸਟ ਕਰਕੇ ਕਹਿ ਰਿਹਾ ਕਿ ਯੂ ਸ਼ੁੱਡ ਨਾਓ ਅਪਾਇੰਟ ਯੂਰ ਰੈਗੂਲਰ ਪ੍ਰਿੰਸੀਪਲ ਜਿਹੜਾ ਘੱਟੋ ਘੱਟ 50 ਸਾਲ ਦਾ ਦਿਖੇ, ਤੇ ਮੈਨੂੰ ਤੁਸੀਂ ਜਿੱਥੇ ਕਹੋਗੇ ਆਈ ਐਮ ਰੈਡੀ ਟੂ ਸਿਟ ਇਵਨ ਇਨ ਦਾ ਲੌਨ। ਤਾਂ ਮੈਨੂੰ ਰੈਗੂਲਰ ਵਾਈਸ ਪ੍ਰਿੰਸੀਪਲ ਦੀ ਪੋਸਟ ਦੇ ਉੱਪਰ ਰੈਗੂਲਰ ਪ੍ਰਮੋਟ ਕਰ ਦਿੱਤਾ ਗਿਆ। ਮੈਂ ਉਹਨੂੰ ਡਿਮੋਸ਼ਨ ਨਹੀਂ ਸੀ ਮੰਨਿਆ, ਬਿਕਾਜ਼ ਅਰਲੀਅਰ ਆਈ ਵਾਜ਼ ਫਰੈਸ਼ਰ ਬਟ ਲੇਟਰ ਆਈ ਵਾਜ਼ ਕਨਫਰਮਡ EMPLOYEE ਆਫ ਦੈਟ ਆਰਗੇਨਾਈਜੇਸ਼ਨ। ਤਾਂ ਚਲਦਿਆਂ ਅੱਜ ਮੇਰੀ 15 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਸਿਰਫ 37 ਈਅਰਸ ਏਜ ਦੇ ਵਿੱਚ। ਐਂਡ ਜੋ ਮੈਂ ਆਪਦੇ ਆਪ 'ਚ ਚੇਂਜ ਪਾਇਆ ਕਿ ਨਾਓ ਆ ਡੇਜ਼ ਜਦੋਂ ਮੈਨੂੰ, ਜਿਵੇਂ ਅੱਜ ਮੈਂ ਇੱਥੇ ਜੋਸ਼ ਟਾਕ ਦੇ ਉੱਪਰ ਬੋਲ ਰਿਹਾ ਇਸ ਰਿਨੋਨਡ ਪਲੇਟਫਾਰਮ ਦੇ ਉੱਪਰ, ਤਾਂ ਮੇਰੇ ਲਈ ਸਭ ਤੋਂ ਟਫ ਮੈਨੂੰ ਕੀ ਲੱਗਦਾ ਕਿ ਜਦੋਂ ਪ੍ਰੋਫੈਸ਼ਨਲ ਸਿਸਟਮ ਦੇ ਵਿੱਚ ਗੱਲ ਕਰਨੀ ਹੈ ਤਾਂ ਮੈਨੂੰ ਜੇ ਪੰਜਾਬੀ ਬੋਲਣੀ ਪੈ ਰਹੀ ਹੈ ਤਾਂ ਇਟ ਸੀਮਸ ਲਾਈਕ ਅ ਚੈਲੰਜ ਫॉर ਮੀ। ਐਂਡ ਜਿਹੜੇ ਵਿੱਚ ਪੰਜਾਬ 'ਚ ਚੱਲਿਆ ਕਿ ਜੀ ਆਇਲਸ ਆ ਗਿਆ, PTE ਆ ਗਿਆ, ਮਨ 'ਚ ਤੁਰੇ ਆਉਂਦਾ ਕਿ ਯਾਰ ਇਹਦਾ ਪੇਪਰ ਦੇ ਕੇ ਆਈਏ। ਤਾਂ ਫਸਟ ਅਟੈਂਪਟ ਵਿਦਾਊਟ ਐਨੀ ਪ੍ਰੈਪਰੇਸ਼ਨ, ਵਿਦਾਊਟ ਐਨੀ ਗਾਈਡੈਂਸ, ਈਵਨ ਚੈੱਕ ਵੀ ਨਹੀਂ ਕਰਿਆ ਕਿ ਇਹਦਾ ਫਾਰਮੈਟ ਕੀ ਹੁੰਦਾ। ਮੈਂ ਕਿਹਾ ਵੇਖੀਏ ਤਾਂ ਸਹੀ ਹੈ ਕੀ ਬਲਾ ਉਤਰੀ ਹੈ ਜਿਹੜੀ ਪੰਜਾਬ ਦੇ ਬੱਚੇ ਧੜਾ ਧੜ ਭੱਜੇ ਫਿਰਦੇ ਆ ਕਿ ਕਿਤੋਂ ਮਿਲ ਜਾਣ। ਤਾਂ ਪਹਿਲੇ ਅਟੈਂਪਟ 'ਚ 9। ਤਾਂ ਕੁਛ ਟਾਈਮ ਬਾਅਦ ਆਇਆ ਕਿ ਜੀ ਆਇਲਸ ਵਾਲਿਆਂ ਦੀ ਕੋਈ ਰਿਸ਼ਤੇਦਾਰੀ 'ਚੋਂ ਇੱਕ ਨਵੀਂ ਲੜਕੀ ਨੇ ਜਨਮ ਲਿਆ ਜਿਹਨੂੰ PTE ਕਰਦੇ ਫਿਰਦੇ ਆ। ਤਾਂ ਉਹਦਾ ਜਾ ਕੇ ਪੇਪਰ ਭਰ ਕੇ ਤੇ ਸ਼ਾਮ ਨੂੰ ਜਾ ਕੇ ਉੱਥੇ ਮੈਂ ਪੇਪਰ 'ਚ ਅਪੀਅਰ ਹੋਇਆ। ਤਾਂ ਦ ਰਿਜ਼ਲਟ ਵਿਚ ਆਈ ਗੋਟ ਦੈਟ ਵਾਜ਼ ਆਲਸੋ 9। ਤਾਂ ਦਿਸ ਵਾਜ਼ ਮਾਈ ਇੰਪਰੂਵਮੈਂਟ। ਮੈਂ ਕਿਸੇ ਵਿਦੇਸ਼ ਨਹੀਂ ਸੀ ਜਾਣਾ, ਦੈਟ ਵਾਜ਼ ਆਫ ਨੋ ਯੂਜ਼ ਫॉर ਮੀ। ਬਟ ਵੇਖਣਾ ਸੀ ਕਿ ਇਹ ਬਲਾ ਕੀ ਹੈ। ਤਾਂ ਬਲਾ ਮੈਂ ਜੋ ਕਨਕਲੂਜਨ ਕੱਢਿਆ ਦੈਟ ਦੇ ਆਰ ਨਥਿੰਗ ਬਟ ਥਿੰਗ ਇਜ਼ ਕਿ ਤੁਸੀਂ ਆਪਦੇ ਆਪ 'ਚ ਕੀ ਸੋਚਦੇ ਹੋ, ਦੈਟ ਓਨਲੀ ਮੈਟਰਸ। ਤਾਂ ਰਾਈਟ ਨਾਓ ਮੈਂ ਤੁਹਾਨੂੰ ਹੋਰ ਇੱਥੇ ਇਲੈਬੋਰੇਟ ਕਰ ਦਿਆਂ ਦੈਟ ਮੈਂ ਬੀਇੰਗ ਪ੍ਰੋਫੈਸ਼ਨਲ ਜਿਹੜੇ ਮੇਰੇ ਤੋਂ ਕਾਫੀ ਬੜੇ ਐਕਸਪੀਰੀਅੰਸਡ ਹੈ, ਬੜੇ ਹਾਇਰ ਲੈਵਲ ਦੇ ਆ। ਤਾਂ ਮੈਂ ਬੜੀਆਂ ਟੌਪ ਲੈਵਲ ਦੀਆਂ ਜਿਹੜੀਆਂ ਪਬਲੀਕੇਸ਼ਨਸ ਹੈ ਜਿਨ੍ਹਾਂ ਦੀਆਂ ਬੁੱਕਸ ਵਰਲਡ ਲੈਵਲ 'ਤੇ ਚੱਲਦੀਆਂ, ਤਾਂ ਉਹਨਾਂ ਲਈ ਮੈਂ ਰਿਸੋਰਸ ਪਰਸਨ ਦੇ ਤੌਰ 'ਤੇ ਕੰਮ ਕਰਦਾ। ਐਂਡ
ਜਿੰਨੇ ਟੌਪ ਲੈਵਲ ਦੇ ਸਕੂਲਸ ਹੁੰਦੇ ਆ ਉਹਨਾਂ ਦੇ ਟੀਚਰਸ ਨੂੰ ਮੈਂ ਕਮਿਊਨੀਕੇਸ਼ਨ ਸਕਿੱਲਸ ਦੇ ਉੱਪਰ ਟ੍ਰੇਨਿੰਗਸ ਦਿੰਦਾ। ਐਂਡ ਜੋ ਰੀਸੈਂਟਲੀ ਮੈਂ ਆਪਦੇ ਆਪ ਚ ਮੰਨਦਾ ਕਿ ਥੋੜੀ ਇੱਕ ਹੋਰ ਮੇਰੀ ਗੁੱਡ ਅਚੀਵਮੈਂਟ ਆ ਦੈਟ ਕਿ ਜੋ ਮੈਂ ਰੀਸੈਂਟ ਸੈਸ਼ਨ ਅਟੈਂਡ ਕਰਿਆ ਉਹਦੇ ਵਿੱਚ ਟੀਚਰਸ ਕਿਹੜੇ ਸੀ, ਟੀਚਰਸ ਆਫ ਅਮਰੀਕਾ, UK ਐਂਡ ਦ ਮੇਨ ਕੰਟਰੀਜ਼ ਆਫ ਯੂਰੋਪੀਅਨ ਕੰਟੀਨੈਂਟ। ਸੋ ਉਹਦੇ ਵਿੱਚ ਜੋ ਟੀਚਰਸ ਐਂਡ ਪ੍ਰਿੰਸੀਪਲ ਸੀਗੇ ਉਹ ਸਾਰੇ ਦੇ ਸਾਰੇ ਗੋਰੇ ਸੀ ਐਂਡ ਮੈਂ ਇਕੱਲਾ ਹੀ ਐਸਾ ਇੰਡੀਅਨ ਜਿਹੜਾ ਉਹਨਾਂ ਨੂੰ ਸਿਖਾ ਰਿਹਾ ਸੀ। ਐਂਡ ਜੋ ਲੇਟੈਸਟ ਸਿਸਟਮ ਤਾਂ ਮੈਂ ਉਹਨਾਂ ਨੂੰ ਜੋ ਗਾਈਡੈਂਸ ਦਿੱਤੀ ਦੈਟ ਵਾਸ ਔਨ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ। ਐਂਡ ਜਿਹੜੀ ਉਹਨਾਂ ਦੇ ਵਿੱਚ ਸਭ ਤੋਂ ਸੀਨੀਅਰ ਮੋਸਟ ਟੌਪ ਲੀਡਿੰਗ ਟੀਚਰ ਸੀਗੇ, ਪ੍ਰਿੰਸੀਪਲ ਸੀ ਕਿ ਜਿਹੜੇ ਆਪਦੇ ਆਪ 'ਚ ਬਹੁਤ ਕਾਬਿਲ ਮੈਂ ਉਹਨਾਂ ਨੂੰ ਮੰਨਦਾ ਕਿ ਉਹ ਸੀਗੇ। ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਜਦੋਂ ਸਾਡੀ ਟਾਕ ਹੋਈ ਐਂਡ ਸ਼ੀ ਸੈਡ ਕਿ ਮੈਂ ਅਗਲੀ ਵਾਰੀ ਜਦੋਂ ਆਉਂਗੀ ਮੈਂ ਤਿਆਰੀ ਕਰਕੇ ਆਉਂਗੀ। ਅੱਜ ਰੀਅਲੀ ਆਈ ਐਡਮਾਇਰ ਯੂਰ ਨੌਲੇਜ ਕਿ ਮੈਨੂੰ ਇਹਨਾਂ ਚੀਜ਼ਾਂ ਬਾਰੇ ਜਿੰਨਾ ਪਤਾ ਸੀ ਤੁਸੀਂ ਉਸ ਤੋਂ ਅਗਲੇ ਲੈਵਲ ਤੋਂ ਸਟਾਰਟ ਕਰਿਆ। ਸੋ ਜਦੋਂ ਤੁਹਾਡਾ ਮਾਈਂਡ ਸੈੱਟ ਹੋ ਗਿਆ ਕਿ ਨਾਓ ਆਈ ਹੈਵ ਟੂ ਇੰਪਰੂਵ ਮਾਈ ਸੈਲਫ, ਤਾਂ ਬੜੀ ਛੋਟੀ ਗੇਮ ਹੈ ਤੁਹਾਡੇ ਮਾਈਂਡ ਦੀ, ਤੁਸੀਂ ਉਹਨੂੰ ਕੁਝ ਵੀ ਕਰਕੇ ਦਿਖਾ ਸਕਦੇ ਹੋ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।